Hi guys, welcome back to my channel. Today we talk about political system. ਰਾਜਨੀਤਿਕ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ? ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਰਾਜਨੀਤਿਕ ਪ੍ਰਣਾਲੀ ਦਾ ਅਰਥ। ਰਾਜਨੀਤਿਕ ਪ੍ਰਣਾਲੀ ਸ਼ਬਦ ਦੋ ਸ਼ਬਦ ਰਾਜਨੀਤਿਕ ਅਤੇ ਪ੍ਰਣਾਲੀ ਤੋਂ ਮਿਲ ਕੇ ਬਣਦਾ ਹੈ ਅਤੇ ਇਹਨਾਂ ਦੋਵਾਂ ਸ਼ਬਦਾਂ ਦੇ ਵੱਖੋ-ਵੱਖ ਅਰਥ ਸਮਝਣ ਨਾਲ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਦੇ ਅਰਥ ਵਧੇਰੇ ਸਪਸ਼ਟ ਹੋ ਜਾਂਦੇ ਹਨ। ਰਾਜਨੀਤੀ ਦਾ ਅਰਥ। ਰਾਜਨੀਤੀ ਸ਼ਕਤੀ ਅਤੇ ਸੱਤਾ ਦਾ ਪ੍ਰਤੀਕ ਹੈ। ਰਾਜਨੀਤੀ ਸ਼ਾਸਤਰ ਦਾ ਪਿਤਾਮਾ ਅਰਸਤੂ ਰਾਜਨੀਤਿਕ ਸੰਘ ਨੂੰ ਅਤੇ ਪ੍ਰਭੂ ਸੱਤਾ ਸੰਪੰਨ ਅਤੇ ਸਰਵ ਸੰਮਿਲਿਤ ਸੰਘ ਮੰਨਦਾ ਹੈ। ਅਰਸਤੂ ਦਾ ਮਤ ਹੈ ਕਿ ਰਾਜਨੀਤਿਕ ਸੰਘ ਕੋਲ ਸਰਵਉੱਚ ਸ਼ਕਤੀ ਹੁੰਦੀ ਹੈ ਜਿਹੜੀ ਕਿ ਇਸ ਨੂੰ ਬਾਕੀ ਸੰਘਾਂ ਨਾਲੋਂ ਭਿੰਨ ਕਰਦੀ ਹੈ। ਰੋਬਰਟ ਏ ਡਾਹਲ ਅਨੁਸਾਰ ਅਰਸਤੂ ਦੇ ਸਮੇਂ ਤੋਂ ਹੀ ਆਮ ਤੌਰ 'ਤੇ ਇਸ ਵਿਚਾਰ ਨੂੰ ਸਵੀਕਾਰ ਕੀਤਾ ਗਿਆ ਹੈ ਕਿ ਰਾਜਨੀਤਿਕ ਸੰਬੰਧ ਕਾਫੀ ਹੱਦ ਤੱਕ ਸੱਤਾ ਸ਼ਾਸਨ ਸ਼ਕਤੀ ਨਾਲ ਸੰਬੰਧਿਤ ਹੁੰਦੇ ਹਨ। ਸੋ ਇਹਨਾਂ ਵਿਚਾਰਾਂ ਨੂੰ ਪੜ੍ਹਨ ਪਿੱਛੋਂ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਰਾਜਨੀਤੀ ਦਾ ਸੰਬੰਧ ਸ਼ਕਤੀ ਅਤੇ ਸ਼ਾਸਨ ਨਾਲ ਹੈ ਅਤੇ ਇਸ ਸੰਗਠਨ ਕੋਲ ਵੀ ਇਹ ਗੁਣ ਹਨ ਉਹ ਰਾਜਨੀਤਿਕ ਹੋਣ ਦਾ ਦਾਅਵਾ ਕਰ ਸਕਦਾ ਹੈ। ਪ੍ਰਣਾਲੀ ਦਾ ਅਰਥ। ਪ੍ਰਣਾਲੀ ਦੀ ਵਿਆਖਿਆ ਕਰਦਿਆਂ ਹੋਇਆਂ ਆਲਮੰਡ ਅਤੇ ਪੌਲ ਨੇ ਲਿਖਿਆ ਹੈ ਕਿ ਇੱਕ ਪ੍ਰਣਾਲੀ ਤੋਂ ਭਾਵ ਭਾਗਾਂ ਦੀ ਆਪਸੀ ਨਿਰਭਰਤਾ ਅਤੇ ਇਸ ਦੇ ਵਾਤਾਵਰਣ ਵਿਚਕਾਰ ਕਿਸੇ ਪ੍ਰਕਾਰ ਦੀ ਸੀਮਾ ਦੀ ਹੋਂਦ ਤੋਂ ਹੈ। ਆਕਸਫੋਰਡ ਸ਼ਬਦਕੋਸ਼ ਵਿੱਚ ਦਿੱਤੀ ਗਈ ਪ੍ਰਣਾਲੀ ਦੀ ਪਰਿਭਾਸ਼ਾ ਅਨੁਸਾਰ ਪ੍ਰਣਾਲੀ ਇੱਕ ਪੂਰਨ ਸਮੂਹ ਹੈ। ਸੰਬੰਧਿਤ ਵਸਤੂਆਂ ਜਾਂ ਹਿੱਸਿਆਂ ਦਾ ਸਮੂਹ ਹੈ। ਭੌਤਿਕ ਜਾਂ ਅਭੌਤਿਕ ਵਸਤੂਆਂ ਦੀ ਸੰਗਠਿਤ ਸਮੂਹ ਹੈ। ਕੋਲਿਨ ਚੈਰੀ ਅਨੁਸਾਰ ਪ੍ਰਣਾਲੀ ਇੱਕ ਪੂਰਨ ਇਕਾਈ ਹੈ ਜਿਹੜੀ ਕਿ ਅਨੇਕਾਂ ਭਾਗਾਂ ਦੇ ਮਿਲਣ ਨਾਲ ਬਣਦੀ ਹੈ। ਉੱਪਰ ਲਿਖੀਆਂ ਪਰਿਭਾਸ਼ਾਵਾਂ ਨੂੰ ਪੜ੍ਹਨ ਪਿੱਛੋਂ ਅਸੀਂ ਦੇਖਦੇ ਹਾਂ ਕਿ ਪ੍ਰਣਾਲੀ ਇੱਕ ਪੂਰਨ ਇਕਾਈ ਹੁੰਦੀ ਹੈ ਜਿਹੜੀ ਕਈ ਭਾਗਾਂ ਦੇ ਮਿਲਣ ਨਾਲ ਬਣਦੀ ਹੈ ਅਤੇ ਇੱਕ ਦੂਜੇ 'ਤੇ ਨਿਰਭਰ ਕਰਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ। ਉਦਾਹਰਣ ਵਜੋਂ ਮਨੁੱਖ ਸਰੀਰ ਇੱਕ ਪ੍ਰਣਾਲੀ ਹੈ ਜਿਸ ਦੇ ਵੱਖ-ਵੱਖ ਅੰਗ ਇੱਕ ਦੂਜੇ 'ਤੇ ਨਿਰਭਰ ਹਨ ਅਤੇ ਨਾਲ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ। ਪ੍ਰਣਾਲੀ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਪ੍ਰਣਾਲੀ ਆਪਣੇ ਆਪ ਵਿੱਚ ਪੂਰਨ ਇਕਾਈ ਹੁੰਦੀ ਹੈ। ਪ੍ਰਣਾਲੀ ਆਪਣੇ ਆਪ ਵਿੱਚ ਸੰਪੂਰਨ ਹੁੰਦੀ ਹੈ। ਪ੍ਰਣਾਲੀ ਸੰਗਠਿਤ ਹੁੰਦੀ ਹੈ। ਪ੍ਰਣਾਲੀ ਵੱਖ-ਵੱਖ ਭਾਗਾਂ ਤੋਂ ਮਿਲ ਕੇ ਬਣਦੀ ਹੈ। ਪ੍ਰਣਾਲੀ ਦੇ ਭਾਗਾਂ ਵਿੱਚ ਅੰਤਰ ਨਿਰਭਰਤਾ ਪਾਈ ਜਾਂਦੀ ਹੈ। ਹਰ ਪ੍ਰਣਾਲੀ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਹਰ ਪ੍ਰਣਾਲੀ ਵਿੱਚ ਉਪ ਪ੍ਰਣਾਲੀਆਂ ਪਾਈਆਂ ਜਾਂਦੀਆਂ ਹਨ। ਉੱਪਰ ਲਿਖੇ ਰਾਜਨੀਤਿਕ ਅਤੇ ਪ੍ਰਣਾਲੀ ਦੇ ਅਰਥਾਂ ਨੂੰ ਜਾਣਨ ਪਿੱਛੋਂ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਕਿਸੇ ਵੀ ਸੰਗਠਨ ਦੇ ਹੁਕਮਾਂ ਦੀ ਪਾਲਣਾ ਜੇਕਰ ਸੱਤਾ ਅਤੇ ਸ਼ਕਤੀ ਦੇ ਡਰ ਕਰਕੇ ਕੀਤੀ ਜਾਂਦੀ ਹੈ ਤਾਂ ਅਜਿਹੇ ਸੰਗਠਨ ਨੂੰ ਰਾਜਨੀਤਿਕ ਪ੍ਰਣਾਲੀ ਦਾ ਨਾਂ ਦਿੱਤਾ ਜਾ ਸਕਦਾ ਹੈ। ਰਾਜਨੀਤਿਕ ਪ੍ਰਣਾਲੀ ਦੀਆਂ ਪਰਿਭਾਸ਼ਾਵਾਂ। ਰਾਜਨੀਤਿਕ ਪ੍ਰਣਾਲੀ ਦੀਆਂ ਵੱਖ-ਵੱਖ ਵਿਦਵਾਨਾਂ ਦੁਆਰਾ ਹੇਠ ਲਿਖੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਰੋਬਰਟ ਏ ਡਾਹਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਮਨੁੱਖੀ ਸੰਬੰਧਾਂ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ ਸ਼ਾਸਨ ਜਾਂ ਸੱਤਾ ਸ਼ਾਮਿਲ ਹੈ। ਡੇਵਿਡ ਈਸਟਨ ਅਨੁਸਾਰ ਰਾਜਨੀਤਿਕ ਪ੍ਰਣਾਲੀ ਅੰਤਰ ਕਿਰਿਆਵਾਂ ਦਾ ਸਮੂਹ ਹੈ ਜਿਸ ਨੂੰ ਸਮਾਜਿਕ ਵਿਵਹਾਰ ਦੀ ਸਮੁੱਚਤਾ ਵਿੱਚੋਂ ਅਲੱਗ ਕੀਤਾ ਹੋਇਆ ਹੈ ਅਤੇ ਜਿਸ ਦੁਆਰਾ ਸਮਾਜ ਲਈ ਸੱਤਾਤਮਕ ਕੀਮਤਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਡੇਵਿਡ ਈਸਟਨ ਮੰਨਦਾ ਹੈ ਕਿ ਰਾਜਨੀਤਿਕ ਪ੍ਰਣਾਲੀ ਅੰਤਰ ਕਿਰਿਆਵਾਂ ਦਾ ਸਮੂਹ ਹੈ। ਇਹ ਸਮਾਜਿਕ ਪ੍ਰਣਾਲੀ ਦਾ ਹਿੱਸਾ ਹੈ। ਇਸ ਕੋਲ ਸੱਤਾ ਹੈ ਜਿਸ ਰਾਹੀਂ ਇਹ ਆਪਣੀ ਇੱਛਾ ਨੂੰ ਦੂਸਰਿਆਂ ਉੱਤੇ ਠੋਸ ਸਕਦਾ ਹੈ। ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਰਾਜਨੀਤਿਕ ਪ੍ਰਣਾਲੀ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ। ਮਨੁੱਖੀ ਸੰਬੰਧਾਂ ਦਾ ਸਥਾਈ ਨਮੂਨਾ। ਰਾਜਨੀਤਿਕ ਪ੍ਰਣਾਲੀ ਦੀ ਹੋਂਦ ਲਈ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਹੋਣਾ ਉਸੇ ਤਰ੍ਹਾਂ ਹੀ ਜ਼ਰੂਰੀ ਹੈ ਜਿਵੇਂ ਮੱਛੀ ਲਈ ਪਾਣੀ ਅਤੇ ਵਿਅਕਤੀ ਲਈ ਹਵਾ ਆਦਿ। ਇਹ ਸੰਬੰਧ ਸਥਾਈ ਹੋਣੇ ਚਾਹੀਦੇ ਹਨ। ਵਿਆਪਕਤਾ। ਆਲਮੰਡ ਅਤੇ ਪੌਲ ਵਿਆਪਕਤਾ ਨੂੰ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਸਵੀਕਾਰ ਕਰਦੇ ਹਨ ਜਿਸ ਦਾ ਭਾਵ ਹੈ ਕਿ ਰਾਜਨੀਤਿਕ ਪ੍ਰਣਾਲੀ ਵਿੱਚ ਕੇਵਲ ਸਰਕਾਰੀ ਢਾਂਚੇ ਜਿਹਾ ਵਿਧਾਨ ਮੰਡਲ ਕਾਰਜਪਾਲਿਕਾ ਅਤੇ ਅਦਾਲਤਾਂ ਆਦਿ ਨੂੰ ਹੀ ਸ਼ਾਮਿਲ ਨਹੀਂ ਕੀਤਾ ਜਾਂਦਾ ਸਗੋਂ ਉਹ ਸਾਰੇ ਰਸਮੀ ਅਤੇ ਗੈਰ ਰਸਮੀ ਸੰਗਠਨ ਜਿਹੜੇ ਕਿ ਕਿਸੇ ਵੀ ਰੂਪ ਵਿੱਚ ਰਾਜਨੀਤਿਕ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦੇ ਹਨ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਉਪ ਪ੍ਰਣਾਲੀਆਂ ਅਤੇ ਉਹਨਾਂ ਦੀ ਆਪਸੀ ਨਿਰਭਰਤਾ। ਹਰ ਰਾਜਨੀਤਿਕ ਪ੍ਰਣਾਲੀ ਵਿੱਚ ਅਨੇਕਾਂ ਉਪ ਪ੍ਰਣਾਲੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਮਿਲਾ ਕੇ ਰਾਜਨੀਤਿਕ ਪ੍ਰਣਾਲੀ ਬਣਦੀ ਹੈ। ਇਹਨਾਂ ਉਪ ਪ੍ਰਣਾਲੀਆਂ ਵਿਚਕਾਰ ਪਰਸਪਰ ਨਿਰਭਰਤਾ ਹੁੰਦੀ ਹੈ ਅਤੇ ਇਹ ਇੱਕ ਦੂਜੇ ਨੂੰ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਕਰਦੀ ਹੈ। ਸੀਮਾਵਾਂ ਦੀ ਹੋਂਦ। ਆਲਮੰਡ ਅਤੇ ਪੌਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ ਜਿਹੜੀਆਂ ਕਿ ਇਸਨੂੰ
ਆਰਥਿਕ, ਸਮਾਜਿਕ ਅਤੇ ਦੂਜੀਆਂ ਪ੍ਰਣਾਲੀਆਂ ਨਾਲੋਂ ਅਲੱਗ ਕਰਦੀਆਂ ਹਨ। ਅਨੁਕੂਲਤਾ ਰਾਜਨੀਤਿਕ ਪ੍ਰਣਾਲੀ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੁੰਦੀ ਹੈ। ਅਨੁਕੂਲਤਾ ਦਾ ਅਰਥ ਹੈ ਰਾਜਨੀਤਿਕ ਪ੍ਰਣਾਲੀ ਵਿੱਚ ਸਮੇਂ ਅਤੇ ਸਥਿਤੀਆਂ ਦੇ ਅਨੁਸਾਰ ਢਲ ਜਾਣ ਦੀ ਸਮਰੱਥਾ। ਰਾਜਨੀਤਿਕ ਪ੍ਰਣਾਲੀ ਦੀ ਸਰਵ ਵਿਆਪਕਤਾ ਤੋਂ ਭਾਵ ਹੈ ਕਿ ਇਹ ਹਰ ਸਮਾਜ ਵਿੱਚ ਪਾਈ ਜਾਂਦੀ ਹੈ, ਭਾਵੇਂ ਕੋਈ ਸਮਾਜ ਵਿਕਸਿਤ ਹੋਵੇ ਜਾਂ ਅਵਿਕਸਿਤ, ਪਰੰਪਰਾਵਾਦੀ ਹੋਵੇ ਜਾਂ ਆਧੁਨਿਕ, ਪਰੰਤੂ ਹਰ ਸਮਾਜ ਲਈ ਰਾਜਨੀਤਿਕ ਪ੍ਰਣਾਲੀ ਦਾ ਹੋਣਾ ਜ਼ਰੂਰੀ ਹੁੰਦਾ ਹੈ। ਰਾਜਨੀਤਿਕ ਸੰਰਚਨਾ ਦੀ ਬਹੁ-ਕਾਰਜਮਕਤਾ ਤੋਂ ਭਾਵ ਹੈ ਕਿ ਰਾਜਨੀਤਿਕ ਸੰਰਚਨਾ ਕੇਵਲ ਇੱਕ ਹੀ ਪ੍ਰਕਾਰ ਦੇ ਕਾਰਜ ਨਹੀਂ ਕਰਦੀਆਂ, ਸਗੋਂ ਹਰ ਸੰਰਚਨਾ ਅਨੇਕਾਂ ਪ੍ਰਕਾਰ ਦੇ ਕਾਰਜ ਕਰਦੀਆਂ ਹਨ। ਉਚਿਤਤਾਪੂਰਨ ਸ਼ਕਤੀ ਦਾ ਪ੍ਰਯੋਗ ਰਾਜਨੀਤਿਕ ਪ੍ਰਣਾਲੀ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਅਤੇ ਰਾਜਨੀਤਿਕ ਪ੍ਰਣਾਲੀ ਦੀ ਇਹ ਵਿਸ਼ੇਸ਼ਤਾ ਹੀ ਇਸ ਨੂੰ ਬਾਕੀ ਪ੍ਰਣਾਲੀਆਂ ਤੋਂ ਭਿੰਨਤਾ ਅਤੇ ਰਾਜਨੀਤਿਕ ਪ੍ਰਣਾਲੀ ਦੀ ਬਾਕੀ ਪ੍ਰਣਾਲੀ ਤੇ ਸਰਵਸ਼੍ਰੇਸ਼ਟਤਾ ਸਥਾਪਿਤ करती है। थैंक यू सो मच फॉर वॉचिंग। अगर वीडियो अच्छी लगी हो तो प्लीज़ लाइक एंड सब्सक्राइब ज़रूर करते जाना। थैंक यू, बाय बाय।